ਇਨਸਾਨਾਂ ਦੇ ਕੋਲ ਲੁਕੇ ਏਲੀਅਨਸ ਕਰਨਾ ਚਾਹੁੰਦੇ ਸੰਪਰਕ। ਬ੍ਰਹਿਮੰਡ ਤੇ ਹੋਈ ਨਵੀਂ ਰਿਸਰਚ 'ਚ ਹੋਏ ਕਈ ਖੁਲਾਸੇ। ਇਹ ਬ੍ਰਹਿਮੰਡ ਬਹੁਤ ਵੱਡਾ ਹੈ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਮਨ ਵਿੱਚ ਉੱਠਦੇ ਰਹਿੰਦੇ ਨੇ। ਜਦ ਤੋਂ ਇਨਸਾਨ ਨੇ ਇਸ ਬ੍ਰਹਿਮੰਡ ਨੂੰ ਦੇਖਣਾ ਸ਼ੁਰੂ ਕੀਤਾ ਹੈ ਤਦ ਤੋਂ ਹੀ ਉਸ ਨੂੰ ਇੱਕ ਸਵਾਲ ਪਰੇਸ਼ਾਨ ਕਰਦਾ ਆ ਰਿਹਾ ਹੈ ਕਿ ਕੀ ਅਸੀਂ ਇਸ ਬ੍ਰਹਿਮੰਡ ਦੇ ਵਿੱਚ ਇਕੱਲੇ ਹਾਂ ਜਾਂ ਨਹੀਂ। ਦੋਵੇਂ ਹੀ ਸੰਭਾਵਨਾਵਾਂ ਭਿਆਨਕ ਨੇ। ਮਾਨਵ ਨੇ ਜਦ ਆਪਣੀਆਂ ਅੱਖਾਂ ਸਿਤਾਰਿਆਂ ਦੇ ਵੱਲ ਮੋੜ ਲਈਆਂ ਤਾਂ ਇਸ ਬਾਰੇ ਵਿੱਚ ਸੋਚਿਆ ਕਿ ਕੀ ਉੱਥੇ ਹੋਰ ਲੋਕ ਵੀ ਹਨ, ਕਿ ਜੀਵਨ ਹੈ ਸਾਡੇ ਆਪਣੇ ਵਰਗਾ ਜਾਂ ਨਹੀਂ। ਸਾਡੇ ਸੌਰ ਮੰਡਲ ਵਿੱਚ ਕੁਝ ਹੋਰ ਵੀ ਮੌਜੂਦ ਹੈ। ਅਜਿਹੇ ਸਵਾਲ ਮਨ ਦੇ ਵਿੱਚ ਉੱਠਦੇ ਨੇ ਤੇ ਇਸੇ ਨੂੰ ਲੈ ਕੇ ਇੱਕ ਨਵੀਂ ਸ਼ੋਧ ਹੋਈ ਹੈ ਜਿਸ ਵਿੱਚ ਦਾਅਵੇ ਕਈ ਨੇ ਤੇ ਦਾਅਵਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵਿਗਿਆਨੀਆਂ ਦਾ ਦਾਅਵਾ। दरअसल विज्ञानियों ने दावा किया है कि आकाशगंगा विच 36 बुद्धिमान सभ्यतावां यानी कि एलियंस हो सकते हैं, पर असीं उन्हां नाल किसी भी तरह दे नाल संवाद करन विच असमर्थ हां क्योंकि इन्हां सभ्यतावां दी औसत दूरी 17,000 लाइट ईयर है। ਇਹ ਕਾਫੀ ਕਰੀਬ ਤੋਂ ਇਨਸਾਨਾਂ ਨੂੰ ਆਬਜ਼ਰਵ ਕਰ ਰਹੇ ਨੇ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਏਲੀਅਨਸ ਕਾਫੀ ਘੱਟ ਸਮੇਂ ਤੱਕ ਇੱਕ ਥਾਂ ਤੇ ਟਿਕਦੇ ਨੇ। ਇਸ ਕਾਰਨ ਇਹਨਾਂ ਦਾ ਐਡਰੈਸ ਟ੍ਰੇਸ ਨਹੀਂ ਹੋ ਪਾਉਂਦਾ। ਨਾਂਜਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਸਟੱਡੀ ਵਿੱਚ ਦਾਅਵਾ ਕੀਤਾ ਹੈ ਕਿ ਸਾਡੇ ਕੋਲ ਜੋ ਤਕਨੀਕ ਮੌਜੂਦ ਹੈ ਉਸ ਦੇ ਜ਼ਰੀਏ ਅਜਿਹੀਆਂ ਸਭਿਅਤਾਵਾਂ ਦਾ ਪਤਾ ਲਗਾਉਣਾ ਤੇ ਉਹਨਾਂ ਦੇ ਨਾਲ ਸੰਵਾਦ ਕਰਨਾ ਬਹੁਤ ਮੁਸ਼ਕਿਲ ਹੈ। ਸ਼ੋਧ ਦਾ ਉਦੇਸ਼। ਇਹ ਸ਼ੋਧ ਕਰਨ ਵਾਲੇ ਪ੍ਰਮੁੱਖ ਖਗੋਲਵਿਦ ਅਤੇ ਇੰਗਲੈਂਡ ਦੇ ਨਾਤੀਅਮ ਯੂਨੀਵਰਸਿਟੀ ਪ੍ਰੋਫੈਸਰ ਕ੍ਰਿਸਟੋਫਰ ਦੇ ਮੁਤਾਬਿਕ ਇਸ ਅਧਿਐਨ ਦਾ ਉਦੇਸ਼ ਬ੍ਰਹਿਮੰਡ ਦੇ ਪੈਮਾਨੇ ਤੇ ਚੱਲ ਰਹੇ ਜੀਵਨ ਦੇ ਵਿਕਾਸ ਨੂੰ ਸਮਝਣਾ ਸੀ। ਇਸ ਨਾਲ ਨਾ ਸਿਰਫ ਇਹ ਪਤਾ ਚੱਲ ਸਕਦਾ ਹੈ ਕਿ ਜੀਵਨ ਕਿਵੇਂ ਪੈਦਾ ਹੁੰਦਾ ਹੈ, ਬਲਕਿ ਇਹ ਵੀ ਪਤਾ ਚੱਲਦਾ ਹੈ ਕਿ ਇਸ ਦਾ ਅਸਤਿਤਵ ਕਿੰਨੇ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਬ੍ਰਹਿਮੰਡ ਦੇ ਵਿੱਚ ਮੌਜੂਦ ਇੱਕਮਾਤਰ ਸਭਿਅਤਾ ਸਿਰਫ ਧਰਤੀ ਤੇ ਹੀ ਹੋਵੇ, ਪਰ ਅਜਿਹਾ ਹੋਣਾ ਸਾਡੇ ਲੌਂਗ ਟਰਮ ਐਗਜ਼ਿਸਟੈਂਸ ਦੇ ਲਈ ਬੁਰਾ ਸੰਕੇਤ ਹੈ। ਦੂਜੇ ਗ੍ਰਹਿ ਤੇ ਬੁੱਧੀਮਾਨ ਜੀਵਨ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਦੂਜੇ ਗ੍ਰਹਿਾਂ ਤੇ ਬੁੱਧੀਮਾਨ ਜੀਵਨ ਸੰਭਵ ਹੈ, ਤਾਂ ਇਸ ਦੇ ਬਾਰੇ ਵਿੱਚ ਵੀ ਵਿਗਿਆਨਿਕਾਂ ਨੇ ਆਪਣਾ ਤਰਕ ਰੱਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਿਥਵੀ ਦੇ ਰੂਪ ਵਿੱਚ ਹੋਰਨਾਂ ਗ੍ਰਹਿਾਂ ਤੇ ਬੁੱਧੀਮਾਨ ਜੀਵਨ ਬਣਾਉਣ ਵਿੱਚ 5 ਅਰਬ ਸਾਲ ਲੱਗਦੇ ਨੇ। ਪ੍ਰਿਥਵੀ ਤੇ ਹੀ 4.5 ਅਰਬ ਸਾਲਾਂ ਦੇ ਬਾਅਦ ਇੱਕ ਸੰਚਾਰ ਸਭਿਅਤਾ ਦਾ ਗਠਨ ਹੋਇਆ ਹੈ। ਇਸ ਦੇ ਲਈ ਅਸੀਂ ਇਹ ਵੀ ਨਹੀਂ ਸੋਚਣਾ ਚਾਹੁੰਦੇ ਕਿ ਆਕਾਸ਼ਗੰਗਾ ਦੇ ਵਿੱਚ ਹੋਰ ਕੋਈ ਸੰਚਾਰ ਸਭਿਅਤਾ ਹੈ ਹੀ ਨਹੀਂ। ਆਕਸਫੋਰਡ ਯੂਨੀਵਰਸਿਟੀ ਦੀ ਸਟੱਡੀ। ਹਾਲਾਂਕਿ ਇਹ ਵੀ ਸੱਚ ਹੈ ਕਿ ਇਹ ਪਹਿਲਾ ਮੌਕਾ ਨਹੀਂ ਜਦ ਇਨਸਾਨਾਂ ਨੇ ਇਸ ਤਰ੍ਹਾਂ ਦੀ ਰਿਸਰਚ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਇਸ ਤਰ੍ਹਾਂ ਦੀ ਰਿਸਰਚ ਕੀਤੀ ਜਾ ਚੁੱਕੀ ਹੈ। ਇਸ ਵਿੱਚ ਡਰੈਕ ਸਮੀਕਰਨ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਿੱਚ ਉਹਨਾਂ ਸੰਭਾਵਿਤ ਥਾਵਾਂ ਦੀ ਲਿਸਟ ਬਣਾਈ ਗਈ ਸੀ ਜਿੱਥੇ ਜੀਵਨ ਹੋ ਸਕਦਾ ਹੈ। ਪ੍ਰੋਫੈਸਰ ਕ੍ਰਿਸਟੋਫਰ ਦਾ ਕਹਿਣਾ ਹੈ ਕਿ ਸਾਡੀ ਸਟੱਡੀ ਦੇ ਨਤੀਜੇ ਦੱਸਦੇ ਨੇ ਕਿ ਆਕਾਸ਼ਗੰਗਾ ਵਿੱਚ ਹੋਰ ਵੀ ਕਈ ਬੁੱਧੀਮਾਨ ਸਭਿਅਤਾਵਾਂ ਹਨ। ਆਕਾਸ਼ਗੰਗਾ ਕੀ ਹੈ? ਅਸੀਂ ਜਿਸ ਗ੍ਰਹਿ ਤੇ ਰਹਿੰਦੇ ਹਾਂ ਉਸ ਦਾ ਨਾਮ ਪ੍ਰਿਥਵੀ ਹੈ। ਪ੍ਰਿਥਵੀ ਸਾਡੇ ਸੌਰ ਮੰਡਲ ਦੇ ਬਾਕੀ ਗ੍ਰਹਿਾਂ ਦੀ ਤਰ੍ਹਾਂ ਇੱਕ ਅਹਿਮ ਹਿੱਸਾ ਹੈ, ਪਰ ਸਾਡਾ ਇਹ ਸੌਰ ਮੰਡਲ ਕਿੱਥੇ ਹੈ? ਕੀ ਤੁਹਾਨੂੰ ਪਤਾ ਹੈ? ਸਾਡਾ ਸੌਰ ਮੰਡਲ ਆਕਾਸ਼ਗੰਗਾ ਦਾ ਬਸ ਇੱਕ ਛੋਟਾ ਜਿਹਾ ਹਿੱਸਾ ਹੈ, ਜਾਂ ਇੰਜ ਕਹਿ ਲਓ ਕਿ ਇੰਨਾ ਛੋਟਾ ਹਿੱਸਾ ਕਿ ਕਲਪਨਾ ਤੋਂ ਹੀ ਪਰੇ ਹੈ। ਆਕਾਸ਼ਗੰਗਾ ਬਹੁਤ ਸਾਰੀਆਂ ਗੈਸਾਂ, ਧੂਲ ਅਤੇ ਅਰਬਾਂ ਗ੍ਰਹਿਾਂ ਦੇ ਸੌਰ ਮੰਡਲ ਦਾ ਸੰਯੁਕਤ ਰੂਪ ਤੋਂ ਬਣਿਆ ਇੱਕ ਆਕਾਰ ਹੈ। ਜਾਂ ਦੂਜੇ ਸ਼ਬਦਾਂ ਦੇ ਵਿੱਚ ਇੰਜ ਸਮਝ ਲਵੋ ਕਿ ਬਹੁਤ ਸਾਰੇ ਗ੍ਰਹਿ ਮਿਲ ਕੇ ਇੱਕ ਸੌਰ ਮੰਡਲ ਦਾ ਨਿਰਮਾਣ ਕਰਦੇ ਨੇ ਤੇ ਅਜਿਹੇ ਕਰੋੜਾਂ ਅਰਬਾਂ ਤੋਂ ਵੀ ਜ਼ਿਆਦਾ ਸੌਰ ਮੰਡਲ ਮਿਲ ਕੇ ਬਣਾਉਂਦੇ ਨੇ ਆਕਾਸ਼ਗੰਗਾ। ਬਿਊਰੋ ਰਿਪੋਰਟ, ਜਗਬਾਣੀ ਟੀਵੀ, ਚੰਡੀਗੜ੍ਹ।